ਅਮਰਿੰਦਰ ਜੀ ਦੀ ਸਰਕਾਰ ਨੇ 4.5 ਸਾਲ ਜਿਸ ਤਰੀਕੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਛਲ ਕੀਤਾ, ਕਪਟ ਕੀਤਾ, ਫਰੇਬ ਕੀਤਾ, ਚਾਹੇ ਉਹ ਨੌਜਵਾਨ ਹੋਣ, ਚਾਹੇ ਉਹ ਦੁਕਾਨਦਾਰ ਹੋਣ, ਚਾਹੇ ਇੰਡਸਟਰੀਅਲਿਸਟ ਹੋਣ, ਚਾਹੇ ਦਲਿਤ ਭਾਈਚਾਰਾ ਹੋਏ, ਚਾਹੇ ਕਿਸਾਨ ਹੋਏ, ਉਹ ਠੱਗਿਆ ਮਹਿਸੂਸ ਕਰ ਰਿਹਾ। ਜਿੱਦਾਂ ਪਰਮ ਪਵਿੱਤਰ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਝੂਠ ਬੋਲਿਆ, ਨਸ਼ਾ ਮੁਕਤ ਪੰਜਾਬ ਦੇਣ ਦੀ ਗੱਲ ਕੀਤੀ ਹੈ। ਤੁਹਾਨੂੰ ਕੀ ਲੱਗਦਾ ਹੈ ਪੰਜਾਬੀ ਮਾਫ ਕਰੂਗਾ ਕਿ ਸਾਡੀ ਸਰਕਾਰ ਬਣਾਓ, ਸਸਤੀ ਬਿਜਲੀ ਦੇਵਾਂਗੇ ਤੇ ਲੋਕੀ ਸਾਡੇ ਤੇ ਵਿਸ਼ਵਾਸ ਕਰਨਗੇ, ਕੇਜਰੀਵਾਲ ਤੇ ਨਹੀਂ। 4.5 ਸਾਲ ਬਾਅਦ ਫਿਰ ਇਹ ਮੁੱਦੇ ਨੂੰ ਜੀਵਿਤ ਕਰਤਾ। ਕਿਉਂ ਨਹੀਂ 4.5 ਸਾਲ 'ਚ ਨਿਰਣੇ ਹੋਇਆ? ਇਹਦੇ ਤੋਂ ਕਾਂਗਰਸ ਦੀ ਮਨਸ਼ਾ ਜਿਹੜੀ ਹੈ ਨਾ, ਉਹ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਘੱਟ ਰਾਜਨੀਤਿਕ ਲਾਭ ਉਠਾਉਣ ਦੀ ਜ਼ਿਆਦਾ ਲੱਗਦੀ ਹੈ। बीजेपी का यह मानना है कि ऐसे संवेदनशील मामलों का राजनीतिकरण नहीं होना चाहिए। साडा पहले दिन तो स्टैंड है, श्री गुरु ग्रंथ साहब का अपमान करने वाले दोषियों को कड़ी तो कड़ी सजा मिले। ਅਸੀਂ ਅੱਜ ਵੀ ਆਪਣੇ ਉਸ ਸਟੈਂਡ ਤੇ ਖੜੇ ਹਾਂ। ਤੁਸੀਂ ਦੇਖਣਾ ਇਹਨਾਂ ਨੇ ਸਿਟੀ ਖੇਲਦੇ ਰਹਿਣਾ ਹੈ। ਸਾਡੀ ਸਰਕਾਰ ਬਣਨ ਤੋਂ ਬਾਅਦ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ, ਦੋਸ਼ੀਆਂ ਨੂੰ ਸਜ਼ਾ ਕੋਈ ਦਵਾਏਗਾ ਤੇ ਬੀਜੇਪੀ ਦਵਾਏਗੀ। ਬੀਜੇਪੀ ਕੋਰ ਕਮੇਟੀ ਅਤੇ ਪੰਜਾਬ ਬੀਜੇਪੀ ਦੇ ਪਦਾਧਿਕਾਰੀਆਂ ਦੀ ਅੱਜ ਚੰਡੀਗੜ੍ਹ ਜੋ ਪੰਜਾਬ ਬੀਜੇਪੀ ਮੁਖਿਆਲਾ ਹੈ, ਇੱਥੇ ਮੀਟਿੰਗਾਂ ਦਾ ਅੱਜ ਦੌਰ ਚੱਲਿਆ। ਸਵੇਰ ਤੋਂ ਇਹ ਮੀਟਿੰਗਾਂ ਦਾ ਦੌਰ ਚੱਲ ਰਿਹਾ ਔਰ ਹੁਣੀ ਮੀਟਿੰਗਾਂ ਜਿਹੜਾ ਦੌਰ ਹੈ ਇਹ ਖਤਮ ਹੋਇਆ। ਸਾਡੇ ਨਾਲ ਪੰਜਾਬ ਪ੍ਰਦੇਸ਼ ਬੀਜੇਪੀ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਅਸ਼ਵਨੀ ਸ਼ਰਮਾ ਜੀ ਆ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਵੀ ਅੱਜ ਦੀ ਮੀਟਿੰਗਾਂ ਵਿੱਚ ਕੀ ਰਿਹਾ, ਕਿਸ ਮੁੱਦੇ ਤੇ ਚਰਚਾ ਹੋਈ ਔਰ ਕੀ ਡਿਸੀਜਨ ਰਿਹਾ। ਸ਼ਰਮਾ ਜੀ, ਕਿਨ ਮੁੱਦਿਆਂ ਤੇ ਚਰਚਾ ਹੋਈ ਔਰ ਕੀ ਡਿਸੀजन लिते गए? ऐसा है कि जिस तक पार्टी ਦੀਆਂ ਜਿਹੜੀ ਬੈਠਕਾਂ ਹੁੰਦੀਆਂ, ਮੀਟਿੰਗਾਂ ਹੁੰਦੀਆਂ, ਚਾਹੇ ਉਹ ਪਦਾਧਿਕਾਰੀ ਬੈਠਕ ਹੋਏ, ਚਾਹੇ ਕੋਰ ਗਰੁੱਪ ਦੀ ਬੈਠਕ ਹੋਏ, ਪਾਰਟੀ ਦੀਆਂ ਬੈਠਕਾਂ 'ਚ ਕੀ ਤੈਅ ਹੋਇਆ, ਕਿਉਂਕਿ ਉਹ ਨੀਤੀਗਤ ਮਾਮਲੇ ਰਹਿੰਦੇ ਨੇ, ਇਸ ਕਰਕੇ ਉਹ ਮੀਡੀਆ ਲਈ ਨਹੀਂ ਰਹਿੰਦੇ। ਲੇਕਿਨ ਮੋਟਾ ਕਿਉਂਕਿ ਹੁਣ 2022 ਦਾ ਚੁਣਾਵ ਸਾਹਮਣੇ ਖੜਾ ਹੈ, ਇਸ ਕਰਕੇ ਸੁਭਾਵਿਕ ਗੱਲ ਹੈ ਕਿ ਇਸ ਵੇਲੇ ਜਿਹੜੀਆਂ ਵੀ ਮੀਟਿੰਗਾਂ ਹੋਣਗੀਆਂ, ਚਾਹੇ ਉਹ ਪਦਾਧਿਕਾਰੀਆਂ ਦੇ ਸਤਰ 'ਤੇ ਹੋਏ, ਚਾਹੇ ਕੋਰ ਗਰੁੱਪ ਸਤਰ 'ਤੇ ਹੋਏ, ਉਹ ਸਭ ਚੁਣਾਵ ਨੂੰ ਕੇਂਦਰ ਬਿੰਦੂ ਰੱਖ ਕੇ ਹੀ ਪਾਰਟੀ ਆਪਣੇ ਸੰਗਠਨਾਤਮਕ ਮੁੱਲਿਆਂਕਨ ਕਰਦੀ ਹੈ ਔਰ ਉਹਦੇ ਲਈ ਸਮੇਂ-ਬੱਧ ਸੀਮਾ ਦੇ ਨਾਲ ਵਿਸਤਾਰ ਦੇ ਉੱਤੇ ਵੀ ਚਰਚਾ ਹੁੰਦੀ ਹੈ। ਕਿਉਂਕਿ ਪਾਰਟੀ ਪਹਿਲੀ ਵਾਰੀ ਜਿਹੜੀ ਹੈ 117 ਸੀਟਾਂ 'ਤੇ ਚੁਣਾਵ ਲੜਨ ਜਾ ਰਹੀ ਹੈ, ਇਸ ਕਰਕੇ ਕੰਮ ਵੀ ਥੋੜ੍ਹਾ ਵਧਿਆ। ਇਸ ਕਰਕੇ ਪਾਰਟੀ ਬਾਰ-ਬਾਰ ਆਪਣੇ ਸੰਗਠਨ ਨੂੰ ਦਰੁਸਤ ਕਰਨਾ ਵੀ ਪਾਰਟੀ ਲਈ ਜ਼ਰੂਰੀ ਹੈ। ਔਰ ਉਹਦੇ ਨਾਲ ਅਮਰਿੰਦਰ ਦੀ ਸਰਕਾਰ ਨੇ ਜੋ ਪੰਜਾਬ ਦੀ ਦੁਰਦਸ਼ਾ ਕੀਤੀ ਹੈ, ਉਹਦੇ ਪ੍ਰਤੀ ਅੰਦੋਲਨਾਤਮਕ ਰਵੱਈਆ ਵੀ ਅਖਤਿਆਰ ਕਰਨਾ ਔਰ ਜਨਤਾ ਤੱਕ ਆਪਣਾ ਵਿਸ਼ੇ ਜਾਏ, ਇਹਦੇ ਲਈ ਪਾਰਟੀ ਸਮੇਂ-ਸਮੇਂ 'ਤੇ ਕਾਰਜਕ੍ਰਮ ਵੀ ਕਰਦੀ ਹੈ ਔਰ ਉਹਨਾਂ ਦੀ ਹੀ ਰੂਪਰੇਖਾ ਜਿਹੜੀ ਹੈ ਇਹ 'ਚ ਬਣਦੀ ਹੈਗੀ। किसी पार्टी नाल कोई इलैक्शन तो पहला कोई गठबंधन होने की कितनी की संभावना है? क्या उस पर भी कोई चर्चा चल रही है? क्योंकि जिहड़ी तुहाडी सहयोगी पार्टी सी श्रोमणी अकाली दल, उन्हें BSP नाल गठबंधन कर लिया और बीजेपी पहली बार 117 सीटां ते लड़न जा रही है और 117 सीटां उस पार्टी लिए बहुत वड्डियां जिहड़ी कि 23 ते हमेशा लड़ती रही है। तो किसी पार्टी नाल गठबंधन की कोई गलबात चल रही है? कि अपरचुनिटी भी तो हैगी है अपनी ऑर्गेनाइजेशन ਨੂੰ ਵਧਾਉਣ ਦੀ, 23 ਤੋਂ 117 ਦੀ ਪਾਰਟੀ को ਹਿਲਾਉਣ ਦੀ। ਔਰ ਇੱਕ ਗੱਲ ਮੈਂ ਤੁਹਾਨੂੰ ਦੱਸਾਂ, ਪੰਜਾਬ ਦੇ ਅੰਦਰ ਸਾਰੀਆਂ ਪਾਰਟੀਆਂ ਨੂੰ ਲੋਕਾਂ ਨੇ ਦੇਖਿਆ ਹੋਇਆ। ਅਮਰਿੰਦਰ ਜੀ ਦੀ ਸਰਕਾਰ ਨੇ 4.5 ਸਾਲ ਜਿਸ ਤਰੀਕੇ ਨਾਲ ਪੰਜਾਬ ਦੀ ਜਨਤਾ ਦੇ ਨਾਲ ਛਲ ਕੀਤਾ, ਕਪਟ ਕੀਤਾ, ਫਰੇਬ ਕੀਤਾ, ਚਾਹੇ ਉਹ ਨੌਜਵਾਨ ਹੋਣ, ਚਾਹੇ ਉਹ ਦੁਕਾਨਦਾਰ ਹੋਣ, ਚਾਹੇ ਇੰਡਸਟਰੀਅਲਿਸਟ ਹੋਣ, ਚਾਹੇ ਦਲਿਤ ਭਾਈਚਾਰਾ ਹੋਏ, ਚਾਹੇ ਕਿਸਾਨ ਹੋਏ, ਉਹ ਠੱਗਿਆ ਮਹਿਸੂਸ ਕਰ ਰਿਹਾ। ਔਰ ਜਿੰਨਾ ਭ੍ਰਸ਼ਟਾਚਾਰ ਇਸ ਸਰਕਾਰ ਦੇ ਸਮੇਂ ਹੋਇਆ, ਜਿਸ ਪ੍ਰਕਾਰ ਭ੍ਰਸ਼ਟ ਮੰਤਰੀਆਂ ਨੂੰ ਬਚਾਉਣ ਦੇ ਲਈ ਸਰਕਾਰ ਨੇ ਜਲਦਬਾਜ਼ੀ ਕੀਤੀ ਹੈ, ਜਿੱਦਾਂ ਪਰਮ ਪਵਿੱਤਰ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਝੂਠ ਬੋਲਿਆ, ਨਸ਼ਾ ਮੁਕਤ ਪੰਜਾਬ ਦੇਣ ਦੀ ਗੱਲ ਕੀਤੀ ਹੈ, ਤੁਹਾਨੂੰ ਕੀ ਲੱਗਦਾ ਹੈ ਪੰਜਾਬੀ ਮਾਫ ਕਰੂਗਾ? ਅੱਜ ਬੀਜੇਪੀ ਇਹ ਗੱਲ ਕਹਿ ਰਹੀ ਹੈ ਕਿ ਸਾਡੀ ਸਰਕਾਰ ਬਣਾਓ, ਸਸਤੀ ਬਿਜਲੀ ਦੇਵਾਂਗੇ ਤੇ ਲੋਕੀ ਸਾਡੇ ਤੇ ਵਿਸ਼ਵਾਸ ਕਰਨਗੇ, ਕੇਜਰੀਵਾਲ ਤੇ ਨਹੀਂ। ਇੱਕ ਕੈਸਟ ਚਲਦੀ ਵੀ ਹੈ, ਉਹ ਜਰਾ ਧਿਆਨ ਨਾਲ ਦੇਖੋ। 84 ਦੇ ਦੰਗਾ ਪੀੜਿਤ ਪਰਿਵਾਰ ਦੀ ਇੱਕ ਕਲੋਨੀ ਹੈ, ਉੱਥੇ ਵਾਅਦਾ ਕਰਕੇ ਆਏ ਸੀ ਕਿ ਮੈਂ ਫ੍ਰੀ ਬਿਜਲੀ ਦਿਆਂਗਾ, 1 ਕਰੋੜ ਰੁਪਏ ਦਾ ਬਿੱਲ ਭੇਜ ਦਿੱਤਾ ਉਹਨਾਂ ਨੂੰ। ਉਹ ਪਿੱਟ ਸਿਆਪਾ ਕਰ ਰਹੇ ਸੀ ਪੂਰੀ ਤਰ੍ਹਾਂ ਨਾਲ। ਇਹਨ ਪੰਜਾਬ ਦੇ ਅੰਦਰ ਸਭ ਬਿਜਲੀ ਕੀ ਮੁਫਤ ਦੇਣੀ ਹੈ? ਪਾਣੀ ਤਾਂ ਦਿੱਲੀ 'ਚ ਨਹੀਂ ਦੇ ਪਾ ਰਿਹਾ, ਚਨੱਕੇਪੁਰੀ ਦੇ ਅੰਦਰ ਪਾਣੀ ਨਹੀਂ ਆਇਆ ਪਿਛਲੇ 2 ਦਿਨ ਪਹਿਲਾਂ, 8-8 ਘੰਟੇ ਪਾਣੀ ਨਹੀਂ ਮਿਲ ਰਿਹਾ, ਲੋਕ ਪਾਣੀ ਲਈ ਲੜੀ ਜਾਂਦੇ ਪਏ ਨੇ। ਇਹ ਛੋਟਾ ਜਿਹਾ ਪ੍ਰਦੇਸ਼ ਨਹੀਂ ਸਾਂਭ ਸਕਦਾ, ਪੰਜਾਬ ਨੂੰ ਕਿੱਥੋਂ ਸਾਂਭ ਲੈਣਾ?
लेकिन अगर बीजेपी कहेगी कि ਅਸੀਂ सस्ती बिजली देवांगे, लोग विश्वास करेंगे। भ्रष्टाचार मुक्त पंजाब बनावांगे, लोग विश्वास करेंगे, क्योंकि साडा रिकॉर्ड है। केंद्र के अंदर 7 साल हो गए साडी सरकार नूं पूरी पारदर्शिता नाल सरकार चल रही है। इस करके पंजाब दी नौजवानों दी, इंडस्ट्री दी, किसान दे, दलित नूं अगर न्याय दे सकदा कोई तो भारतीय जनता पार्टी दे सकती है। और तुसीं देखना पंजाब दी तस्वीर बदलेगी और भारतीय जनता पार्टी दे नाल लोकी हुम हमा के खड़े होणगे। सर किसान घरों बाहर नहीं निकलन दे रहा, रैलियां धरने नहीं सोनू करन दे रहा। तुसी कई बारी गवर्नर हाउस जाए इसी मुद्दे नूं लैके भी साडे नाल पंजाब विच धक्का किता जा रहा और इस स्थिति विच ऐसी इलैक्शन किद्दां लड़ांगे। ते तुसी इस स्थिति च 117 सीटां ते जी गल सुनो, ये तथाकथित किसान जिहड़े, मैं किसान ਤਾਂ कभी भी मैं जिदा ग्रेवाल की फसल उजाड़ती, किसान फसल लगांदा ਜਾਂ फसल उजाड़दा, किदां दे किसान हो गए? नाले मैनू ये गल दसो, डंडियां नाल लाठियां नाल साडी आवाज़ नूं किदां रोक सकते हैं? लोकतंत्र है ये। अमरिंਦਰ की सरकार लई, कांग्रेस लई चिंता का विषय होना चाहिए कि यह कानून व्यवस्था किस तरीके नाल चल रही है। पंजाब दे अंदर पंजाब दे वोटर ने तय करना है। किसान कहन ना कि यह कृषि कानून के बारे अपनी गल रखन लोकां च, कृषि कानून किसान के हित च किदां सानूं असीं दसांगे, लोकी तय करन ना, वोटर तय करे ना। लेकिन ये गुंडागर्दी नाल थोड़ा किसी पार्टी के लोकतांत्रिक अधिकारां नूं रोकिया जा सकदा। मैं उन्होंने किसान मनण तो ही इनकार करदा। किसान तो खेत च है, क्या किसान तो फसल उगांदा, फसल उजाड़दा नहीं है। इस करके लोकतंत्र के अंदर किसान यूनियनों को भी गल समझनी चाहिए है कि किसी भी समस्या का समाधान बातचीत के माध्यम नाल ही होंदा, लाठियां नाल, डंडियां नाल, घेराव करन नाल नहीं होंदा। लोक जिहड़ा लोकतंत्र उन्होंने अंदोलन करन दी इजाजत दे रहा, उही अंदोलन मैनू भी अंदोलन करन दी इजाजत दिंदा है। उही जिहड़ा लोकतंत्र है मैनू अपने प्रोग्राम करन दी इजाजत दिंदा। किसी पार्टी नूं कोई नादरशाही थोड़ी एमरजेंसी है क्या पंजाब च? किसी एक विशेष पार्टी नूं उहदे कार्यक्रम करन तो किदां रोक दे? और ये नकम्मी पुलिस जिहड़ी है, DGP सुरक्षा ना दे पाए, ये चिंता का विषय है पंजाब के लिए। और तुसीं देखना ये जिहड़े अराजक तत्व ने इन्हां नूं मूँह पै रहे इहदे नाल। इन्हां चीज़ां दा लोकतंत्र अंदर कोई स्थान नहीं है। लोकतंत्र के अंदर अपनी गल कहन दा एक, मैं असीं ते बड़ी वड्डी पार्टी हाँ, लोकतंत्र के अंदर एक इकल्ले व्यक्ति नूं भी गल कहन दा अधिकार है। यही गल ਤੁਹਾਡੇ ਜਿਹੜੇ ਸਾਬਕਾ ਮੰਤਰੀ ਹੈ ਅਨਿਲ ਜੋਸ਼ੀ ਜੀ ਨੇ ਇਹੀ ਗੱਲ ਕੀਤੀ ਸੀ ਕਿ ਤੁਸੀਂ ਉਹਨਾਂ ਨੂੰ ਨੋਟਿਸ ਕੱਢਿਆ। ਹਾਲਾਂਕਿ ਉਹਨਾਂ ਨੇ ਅੱਜ ਆਪਣਾ ਜਿਹੜਾ ਜਵਾਬ ਹੈ ਉਹ ਦੇ ਦਿੱਤਾ। ਉਹਨਾਂ ਨੇ ਮਤਲਬ ਕਿ ਕਿਸਾਨਾਂ ਦੇ ਹਿੱਤ ਦੀ ਗੱਲ ਕੀਤੀ ਸੀ, ਜਿਸ ਕਰਕੇ ਉਹ ਡਿਸਪਲਿਨਰੀ ਕਮੇਟੀ ਦਾ ਜਿਹੜਾ ਹੈ ਨੋਟਿਸ ਉਹਨਾਂ ਨੂੰ ਕੱਢਿਆ ਗਿਆ। पहली गल तो समझ लेना, संगठन ਉਹਦੀਆਂ कोई परंपरा है। ਜਿਹੜੀ ਗੱਲ ਕਿਹੜੀ ਗੱਲ ਕਿੱਥੇ ਕਹਿਣੀ ਹੈ ਔਰ ਕਿਸ ਰੂਪ 'ਚ ਕਹਿਣੀ ਹੈ, ਜਿੰਨਾ ਲੋਕਤੰਤਰ BJP 'ਚ ਕਿਸੇ 'ਚ ਨਹੀਂ ਹੈਗਾ। ਇਸ ਕਰਕੇ ਇਸ ਗੱਲ ਨੂੰ ਉਹਦੇ ਨਾਲ ਜੋੜ ਲਓ, ਉਹ ਨਹੀਂ ਹੈ, ਉਹ ਨਹੀਂ ਹੋ ਸਕਦਾ। ਅਨੁਸ਼ਾਸਨ ਅਸ਼ਵਨੀ ਸ਼ਰਮਾ ਲਈ ਵੀ ਉਨਾ ਹੀ ਹੈ, ਅਨੁਸ਼ਾਸਨ ਦੂਸਰਿਆਂ ਲਈ ਵੀ ਉਨਾ ਹੀ ਹੈ। ਔਰ BJP ਅਨੁਸ਼ਾਸਨ BJP ਦੀ ਪਹਿਚਾਣ ਹੈ। ਪਾਰਟੀ ਦੇ ਪਲੇਟਫਾਰਮ 'ਤੇ ਖੁੱਲ੍ਹਾ ਲੋਕਤੰਤਰ ਹੈ, ਪਾਰਟੀ ਦੇ ਨੇਤਰत्व ਦੇ ਉੱਤੇ ਪੂਰਨ ਵਿਸ਼ਵਾਸ ਹੈ। अपना विषय रखना अलग गल है, लेकिन वो विषय किहड़ी जगह पर रखना और किस रूप च रखना ये महत्वपूर्ण रहिंदा। बाकी उन्हों जवाब आया, अनुशासन समिति घुल गया और मेरिया कुछ मर्यादावां ने, मैं कभी भी मैं भी अनुशासन नाल बन्ने होया, इस करके वो बोल सकते हैं, मैं नहीं बोल सकता। बहुत बहुत धन्यवाद। अनिल जोशी जी ने शंका प्रगट की है भी हुण मैनू पार्टी चों कढ़िया जा सकता है। मैनू नहीं पता जी, ये चुनाव समिति जिहड़ी साडा अनुशासन समिति है, पार्टी का एक प्रोसीजर है। अनुशासन समिति कोल उन्हां दा जवाब दिया है, उस जवाब के अंदर नूं पार्टी पुराने सारिया चीज़ां नाल रिलेट करेगी। उस तो बाद जो उन्हां दा सुझाव सानू आएगा वो अनुशंसा करेगी पार्टी नूं, उहदे आधार पर देखांगे। मैं अज ही कोई गल के निर्णय लवां, मैनू भी अधिकार नहीं है कोई निर्णय लैण दा। कोई टाइम फ्रेम भी हैगा भी जिस टाइम तक उधरों जवाब आ जाएगा और किस टाइम तक ये जड़ा फैसला हो जाएगा? ऐसा है कि अनुशासन समिति नूं असीं
ਸਵੇਰੇ ਹੀ ਭੇਜਤਾ ਹੈ। ਉਹ ਅੱਜ ਮੀਟਿੰਗ ਕਰਨ, ਕੱਲ੍ਹ ਕਰਨ, ਪਰਸੋਂ ਕਰਨ। ਅਸੀਂ ਡਿਕਟੇਸ਼ਨ ਨਹੀਂ ਦਿੰਦੇ ਹੈਗੇ ਆਪਣੇ ਜਿਹੜੇ, ਉਹ ਹੁਣ ਸ਼ਾਸਨ ਸਮਿਤੀ ਦਾ ਕੰਮ ਹੈ। ਉਹਦੇ ਤੇ ਜਿਸ ਦਿਨ ਸਮਝਣਗੇ ਉਸ ਦਿਨ ਮੀਟਿੰਗ ਕਰਨਗੇ। ਉਸ ਤੋਂ ਬਾਅਦ ਜੋ ਉਹਨਾਂ ਦੀ ਸਿਫਾਰਿਸ਼ ਆਏਗੀ ਪਾਰਟੀ ਉਹਦੇ ਤੇ ਅੱਗੇ ਵਧੇਗੀ। ਇੱਕ ਮੇਰਾ ਲਾਸਟ ਹੈ, ਜਿਹੜਾ ਸਿੱਟ ਬਣਾਈ ਸੀਗੀ, ਨਵੀਂ ਸਿੱਟ ਬਣਾਈ ਸੀਗੀ ਬੇਅਦਬੀ ਵਾਲੇ ਮਾਮਲਿਆਂ 'ਚ ਲੈ ਕੇ, ਉਹਨਾਂ ਨੇ ਅੱਜ ਆਪਣਾ ਪਹਿਲਾ ਚਲਾਨ ਜਿਹੜਾ ਹੈ ਉਹ ਦੁਬਾਰਾ ਕੋਰਟ ਵਿੱਚ ਪੇਸ਼ ਕਰ ਦਿੱਤਾ। ਐਸਾ ਕਿ ਸਿੱਟ ਨਾ ਖੇਲਣ, 4.5 ਸਾਲ ਕੱਢ ਦਿੱਤੇ ਸਿੱਟ ਦੇ ਚੱਕਰ 'ਚ। ਹੁਣ ਜਦੋਂ ਚੁਣਾਵ ਸਾਹਮਣੇ ਆ ਗਿਆ, ਕਿਉਂਕਿ ਪੰਜਾਬੀ ਧਰਮ ਨੂੰ ਲੈ ਕੇ ਬੜਾ ਸੰਵੇਦਨਸ਼ੀਲ ਹੈ, ਔਰ ਖਾਸ ਕਰਕੇ ਸ਼੍ਰੀ ਪਰਮ ਪਵਿੱਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਹਰ ਪੰਜਾਬੀ ਦੀ ਆਸਥਾ ਹੈ। 4.5 ਸਾਲ ਬਾਅਦ ਫਿਰ ਇਹ ਮੁੱਦੇ ਨੂੰ ਜੀਵਿਤ ਕਰਤਾ। ਕਿਉਂ ਨਹੀਂ 4.5 ਸਾਲ 'ਚ ਨਿਰਣੇ ਹੋਇਆ? ਇਹਦੇ ਤੋਂ ਕਾਂਗਰਸ ਦੀ ਮਨਸ਼ਾ ਜਿਹੜੀ ਹੈ ਨਾ, ਉਹ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਘੱਟ ਰਾਜਨੀਤਿਕ ਲਾਭ ਉਠਾਉਣ ਦੀ ਜ਼ਿਆਦਾ ਲੱਗਦੀ ਹੈ। ਬੀਜੇਪੀ ਦਾ ਇਹ ਮੰਨਣਾ ਹੈ ਕਿ ਐਸੇ ਸੰਵੇਦਨਸ਼ੀਲ ਮਾਮਲਿਆਂ ਦਾ ਰਾਜਨੀਤੀਕਰਨ ਨਹੀਂ ਹੋਣਾ ਚਾਹੀਦਾ। ਸਾਡਾ ਪਹਿਲੇ ਦਿਨ ਤੋਂ ਸਟੈਂਡ ਹੈ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਵਾਲੇ ਦੋਸ਼ੀਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੇ। ਅਸੀਂ ਅੱਜ ਵੀ ਆਪਣੇ ਉਸ ਸਟੈਂਡ ਤੇ ਖੜੇ ਹਾਂ। ਜਦ ਬੀਜੇਪੀ ਦੀ ਸਰਕਾਰ ਬਣਦੀ ਹੈ ਤਾਂ ਇਸ ਮਾਮਲੇ 'ਚ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਮਿਲੇਗੀ। ਇਹ ਗੱਲ ਸਮਝ ਲੈਣਾ, 84 ਦੇ ਦੰਗਈਆਂ ਨੂੰ ਸਜ਼ਾ ਕਿਉਂ ਦਿੱਤੀ? 84 ਦੇ ਦੰਗਈਆਂ ਨੂੰ ਜੇਲ੍ਹ ਤੱਕ ਪਹੁੰਚਾਉਣ ਲਈ ਨਰਿੰਦਰ ਭਾਈ ਮੋਦੀ ਜੀ ਦੇ ਪ੍ਰਧਾਨ ਮੰਤਰੀ ਬਣਨ ਤੱਕ ਦਾ ਇੰਤਜ਼ਾਰ ਕਰਨਾ ਪਿਆ। ਪੰਜਾਬ 'ਚ ਸਾਡੀ ਸਰਕਾਰ ਬਣਨ ਤੋਂ ਬਾਅਦ ਹੀ ਤੁਸੀਂ ਦੇਖਣਾ ਇਹਨਾਂ ਨੇ ਸਿੱਟ ਹੀ ਖੇਲਦੇ ਰਹਿਣਾ। ਸਾਡੀ ਸਰਕਾਰ ਬਣਨ ਤੋਂ ਬਾਅਦ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਕਰਨ ਵਾਲਿਆਂ ਨੂੰ, ਦੋਸ਼ੀਆਂ ਨੂੰ ਸਜ਼ਾ ਕੋਈ ਦਵਾਏਗਾ ਤੇ ਬੀਜੇਪੀ ਦਵਾਏਗੀ। ਧੰਨਵਾਦ। ਇਹ ਸੀਗੇ ਅਸ਼ਵਨੀ ਸ਼ਰਮਾ ਜੀ, ਜਿਹੜੇ ਕਿ ਪੰਜਾਬ ਪ੍ਰਦੇਸ਼ ਬੀਜੇਪੀ ਦੇ ਪ੍ਰੈਜ਼ੀਡੈਂਟ ਆ, ਔਰ ਉਹਨਾਂ ਦਾ ਕਹਿਣਾ ਹੈ ਵੀ ਜਿਹੜਾ ਬੇਅਦਬੀ ਵਾਲੇ ਮਾਮਲਾ ਹੈ, ਜਦ ਇਸ ਮਾਮਲੇ 'ਚ ਦੋਸ਼ੀਆਂ ਨੂੰ ਸਜ਼ਾ ਮਿਲ ਸਕਦੀ ਹੈ ਤਾਂ ਉਹ ਸਿਰਫ ਬੀਜੇਪੀ ਸਰਕਾਰ ਹੀ ਦਿਲਾ ਸਕਦੀ ਹੈ। ਉਹਨਾਂ ਦਾ ਕਹਿਣਾ ਵੀ 2022 ਦੇ ਚੁਣਾਵ ਤੋਂ ਬਾਅਦ ਜਦੋਂ ਬੀਜੇਪੀ ਸਰਕਾਰ ਬਣੇਗੀ ਤਾਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਲਾਜ਼ਮੀ ਦਿलाई ਜਾएगी। मैं दिनेश गोयल, कैमरामैन उमा यादव ਦੇ ਨਾਲ दैनिक सवेरा टीवी ਲਈ ਚੰਡੀਗੜ੍ਹ ਤੋਂ। ਅਲੀਸ਼ਾ ਬੇਗਮ, ਇੱਕ ਔਰਤ ਦਾ ਦੁੱਖ ਇੱਕ ਔਰਤ ਹੀ ਸਮਝ ਸਕਦੀ ਹੈ। ਰੂਹਾਨੀ ਅਤੇ ਕਾਲੀ ਸ਼ਕਤੀਆਂ ਦੀ ਮਾਲਕਨ, ਦੁਨੀਆ ਦਾ ਸਭ ਤੋਂ ਚਮਤਕਾਰੀ ਇਲਮ ਮੇਰੇ ਕੋਲ ਹੈ। ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ। ਕਾਲਾ ਇਲਮ ਕਰਨਾ ਅਤੇ ਤੋੜਨਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ। ਪਰੇਸ਼ਾਨੀ ਜਿਵੇਂ ਲਵ ਮੈਰਿਜ, ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਬੁਰੇ ਸੁਪਨੇ, ਵਿਦੇਸ਼ ਯਾਤਰਾ, ਬੁਰੀ ਸੰਗਤ ਜਾਂ ਨਸ਼ਾ ਛੁਡਾਉਣਾ, ਬਿਮਾਰੀ 'ਚ ਦਵਾ ਨਾ ਲੱਗਣਾ। ਵਸ਼ੀਕਰਨ ਇੱਕ ਸੱਚਾਈ ਹੈ। ਵਸ਼ੀਕਰਨ ਕਰਵਾਓ, ਮਨ ਚਾਹਾ ਪਿਆਰ ਪਾਓ। ਕੀ ਤੁਹਾਡੀ ਕਿਸਮਤ 'ਚ ਲੋਟਰੀ ਦਾ ਯੋਗ ਹੈ ਜਾਂ ਨਹੀਂ? ਸੱਚਾਈ ਜਾਣੋ। ਲੋਟਰੀ ਨੰਬਰ ਪਾਓ, ਭਾਵੇਂ 649 ਹੋਵੇ ਜਾਂ ਲੋਟੋ ਮੈਕਸ। 11 ਘੰਟੇ 'ਚ ਕਰਵਾਓ ਹਰ ਪਰੇਸ਼ਾਨੀ ਦਾ ਹੱਲ ਘਰ ਬੈਠੇ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ ਕੰਮ ਦੀ ਗਾਰੰਟੀ। ਜਾਂ ਕਹਿਣੇ ਤੋਂ ਬਾਹਰ ਹੈ, ਤੁਰੰਤ ਸੰਪਰਕ ਕਰੋ। ਤੁਹਾਡੀ ਹਰ ਗੱਲ ਗੁਪਤ ਰੱਖੀ ਜਾਵੇਗੀ। ਅਲੀਸ਼ਾ ਬੇਗਮ।